Welcome to my channel, my dear students and my dear friends. Today we are going to study about chapter The Tiger in the Tunnel. It is written by world famous writer Ruskin Bond. Ruskin Bond is a world famous writer and he writes for the children. His literature is very much favorite among the children as well as the matured person. प्यारे बच्चों, मजबूरी हर काम की मंजूरी होती है। मजबूर व्यक्ति हर काम करने के लिए तत्पर हो जाता है, तैयार हो जाता है। प्यारे बच्चों, ये कहानी भी एक अजिहे ही शख्स दी है जिहड़े कि रोज़ी रोटी दे लई अपना जिहड़ा प्राण अपनी जान हथेली ते रख दिंदा है। एक होर चीज़ जिहड़ी कि कहानी सानू दसदी है कि साडे जीवन अते आदिवासी लोकां दे जीवन दे विच कितना फर्क है। वो कुदरत दे ज़्यादा नज़दीक हन ਅਤੇ ਮੁਸ਼ਕਲਾਂ ਅਤੇ ਸੰਕਟਾਂ ਦੇ ਵੀ ਉਨੇ ਹੀ ਨਜ਼ਦੀਕ ਹਨ। ਸਾਡੀ ਕਹਾਣੀ ਦਾ ਨਾਇਕ ਹੈ ਬਲਦੇਓ। ਬਲਦੇਓ ਰੇਲਵੇ ਸਟੇਸ਼ਨ 'ਤੇ ਕੰਮ ਕਰਦਾ ਸੀ। ਉਸ ਦਾ ਬੱਚਿਓ ਕੰਮ ਕੀ ਸੀ ਕਿ ਜਦੋਂ ਗੱਡੀ ਆਉਂਦੀ ਸੀ ਉਸ ਨੂੰ ਸਿਗਨਲ ਦਿੰਦਾ ਸੀ, ਲੈਂਪ ਪੋਸਟ ਜਲਾਉਂਦਾ ਸੀ ਅਤੇ ਉਸ ਦਾ ਸਟੇਸ਼ਨ ਕੋਈ ਬਹੁਤ ਵੱਡਾ ਸਟੇਸ਼ਨ ਨਹੀਂ ਸੀ, ਇੱਕ ਛੋਟਾ ਜਿਹਾ ਸਟੇਸ਼ਨ ਸੀ, ਨਾਮ ਮਾਤਰ ਦਾ ਸਟੇਸ਼ਨ ਸੀ। ਉਸ 'ਤੇ ਇੱਕ ਛੋਟੀ ਜਿਹੀ ਝੁੱਗੀ ਸੀ ਜਿੱਥੇ ਗੱਡੀਆਂ ਜਿਹੜੀਆਂ ਸਨ ਸਿਰਫ 1 ਸੈਕਿੰਡ ਲਈ ਹੀ ਖੜ੍ਹੀਆਂ ਹੁੰਦੀਆਂ ਸਨ ਅਤੇ ਉਹ ਵੀ ਕਿਉਂ ਖੜ੍ਹੀਆਂ ਹੁੰਦੀਆਂ ਸਨ ਕਿ ਉਸ ਜਗ੍ਹਾ 'ਤੇ ਇੱਕ ਯੂ ਟਰਨ ਸੀ ਅਤੇ ਯੂ ਟਰਨ ਦੇ ਨਾਲ ਹੀ ਇੱਕ ਟਨਲ ਸੀ, ਇੱਕ ਸੁਰੰਗ ਸੀ। ਪਿਆਰੇ ਬੱਚਿਓ, ਸੁਰੰਗ ਦੇ ਵਿੱਚੋਂ ਗੱਡੀ ਲੰਘਾਉਣ ਲਈ ਇਹ ਸਿਗਨਲ ਹੋਣਾ ਬਹੁਤ ਜ਼ਰੂਰੀ ਹੈ ਕਿ ਟਨਲ ਬਿਲਕੁਲ ਖਾਲੀ ਹੈ, ਸੁਰੰਗ ਬਿਲਕੁਲ ਖਾਲੀ ਹੈ, ਉਸ 'ਚ ਕੋਈ ਵਿਅਕਤੀ ਨਹੀਂ, ਕੋਈ ਜੀਵ ਜਾਨਵਰ ਨਹੀਂ। ਅਤੇ ਸਾਡੇ ਨਾਇਕ ਬਲਦੇਵ ਦਾ ਡਿਊਟੀ ਕੀ ਸੀ ਕਿ ਉਹ ਇੱਕ ਤਾਂ ਲੈਂਪ ਪੋਸਟ ਜਿਹੜਾ ਸੀ ਜਲਾਉਂਦਾ ਸੀ, ਦੂਸਰਾ ਇਹ ਹੈ ਕਿ ਸੁਰੰਗ ਬਿਲਕੁਲ ਖਾਲੀ ਹੈ ਔਰ ਸੁਰੱਖਿਅਤ ਰੂਪ ਦੇ ਨਾਲ ਗੱਡੀ ਅੱਗੇ ਨਿਕਲ ਜਾਏਗੀ। ਠੀਕ ਹੈ। ਅਤੇ ਬਲਦੇਓ ਜਿਹੜਾ ਸੀ ਉਹ ਇੱਕ ਕਿਸਾਨ ਪਰਿਵਾਰ ਤੋਂ ਸੀ। ਉਸ ਦੀ ਇੱਕ ਪਤਨੀ ਸੀ, ਇੱਕ ਲੜਕਾ ਸੀ ਅਤੇ ਇੱਕ ਲੜਕੀ ਸੀ। ਉਹ ਪਿੰਡ ਦੇ ਵਿੱਚ, ਆਦੀਵਾਸੀ ਪਿੰਡ ਦੇ ਵਿੱਚ ਰਹਿੰਦੇ ਸਨ। ਅਤੇ ਬਲਦੇਓ ਕਿੱਥੇ ਰਹਿੰਦਾ ਸੀ? ਉਹ ਸਟੇਸ਼ਨ 'ਤੇ ਜਿਹੜੀ ਇੱਕ ਝੁੱਗੀ ਸੀ, ਜਿਹੜੀ ਕਿ ਸਟੇਸ਼ਨ ਦਾ ਸੂਚਕ ਵੀ ਸੀ, ਉੱਥੇ ਰਹਿੰਦਾ ਸੀ। ਬੱਚਿਓ, ਕਈ ਵਾਰ ਉਸ ਦੀ ਡਿਊਟੀ ਰਾਤ ਦੀ ਲੱਗਦੀ ਸੀ, ਅਕਸਰ ਹੀ ਉਹ ਰਾਤ ਨੂੰ ਡਿਊਟੀ ਕਰਦਾ ਸੀ। ਅਤੇ ਉਹਦਾ ਬੇਟਾ ਜਿਸ ਦਾ ਨਾਂ ਤੈਂਬੂ ਸੀ, ਉਹ ਵੀ ਉਸ ਦੇ ਨਾਲ ਉੱਥੇ ਸੌਣ ਲਈ ਆ ਜਾਇਆ ਕਰਦਾ ਸੀ ਤਾਂ ਕਿ ਪਿਓ ਪੁੱਤ ਜਿਹੜੇ ਨੇ ਦੋਨੋਂ ਇਕੱਠੇ ਉੱਥੇ ਰਹਿ ਸਕਣ। ਠੀਕ ਹੈ ਬੱਚਿਓ। ਅਤੇ ਇੱਕ ਦਿਨ ਕੀ ਹੋਇਆ ਕਿ ਇਹ ਜਿਹੜਾ ਸਟੇਸ਼ਨ ਸੀ ਬੱਚਿਓ, ਮੈਂ ਤੁਹਾਨੂੰ ਪਹਿਲੇ ਦੱਸ ਦੇਣਾ ਚਾਹੁੰਦਾ ਕਿ ਜੰਗਲ ਦੇ ਵਿੱਚ ਸੀ। ਇੱਥੇ ਜੰਗਲੀ ਜਾਨਵਰ ਅਕਸਰ ਹੀ ਦਿਖਦੇ ਸਨ, ਆਉਂਦੇ ਜਾਂਦੇ ਸਨ ਅਤੇ ਉਹ ਜੰਗਲੀ ਜਾਨਵਰਾਂ ਦਾ ਇੱਕ ਤਰੀਕੇ ਦੇ ਨਾਲ ਆਉਣ ਜਾਣ ਦਾ ਇੱਕ ਰਸਤਾ ਹੀ ਸੀ। ਠੀਕ ਹੈ। ਪਿਆਰੇ ਬੱਚਿਓ, ਜਿਸ ਦਿਨ 'ਤੇ ਇਹ ਕਹਾਣੀ ਆਧਾਰਿਤ ਹੈ, ਉਸ ਦਿਨ ਜਦੋਂ ਉਹ ਘਰੋਂ ਤੁਰ ਰਿਹਾ ਹੈ ਤਾਂ ਉਸ ਦਾ ਬੇਟਾ ਪੁੱਛਦਾ ਹੈ ਕਿ ਪਿਤਾ ਜੀ, ਮੈਂ ਵੀ ਤੁਹਾਡੇ ਨਾਲ ਜਾਵਾਂ? ਅਤੇ ਬਲਦੇਓ ਕਹਿੰਦਾ ਹੈ, ਨਹੀਂ, ਅੱਜ ਬਹੁਤ ਠੰਡ ਹੈ ਅਤੇ ਤੂੰ ਇਸ ਜਿਹੜਾ ਹੈ ਝੌਂਪੜੀ ਦੇ ਵਿੱਚ ਹੀ ਰਹਿ ਅਤੇ ਮੈਂ
ਆਪ ਹੀ ਜਿਹੜਾ ਹੈ ਡਿਊਟੀ ਕਰ ਲਾਂਗਾ। ਤੇ ਇਹ ਸੁਣ ਕੇ ਉਸਦਾ ਬੇਟਾ ਤੈਂਬੂ ਸੋ ਗਿਆ ਤੇ ਬਲਦੇਵ ਨੇ ਆਪਣਾ ਲੈਂਪ ਜਲਾਇਆ। ਬੱਚਿਓ ਬਾਹਰ ਬਹੁਤ ਹਨੇਰਾ ਹੁੰਦਾ ਸੀ, ਇਸ ਲਈ ਉਹ ਆਪਣੇ ਨਾਲ ਇੱਕ ਲੈਂਪ ਰੱਖਦਾ ਸੀ। ਉਸਨੇ ਆਪਣੀ ਸ਼ਾਲ ਲਪੇਟੀ ਤੇ ਸਿਗਨਲ ਪੋਸਟ ਵੱਲ ਨੂੰ ਚੱਲ ਪਿਆ। ਉਸਨੂੰ ਅੱਜ ਵੀ ਜੰਗਲੀ ਜਾਨਵਰਾਂ ਦਾ ਡਰ ਸੀ ਪਿਆ ਸੀ ਤੇ ਪਰ ਬਲਦੇਵ ਨੂੰ ਵਿਸ਼ਵਾਸ ਸੀ ਕਿ ਜੇਕਰ ਕੋਈ ਵੀ ਜੰਗਲੀ ਜਾਨਵਰ ਆਏਗਾ ਤਾਂ ਉਹ ਉਸ ਦਾ ਮੁਕਾਬਲਾ ਬਖੂਬੀ ਕਰ ਸਕਦਾ ਸੀ, ਕਿਉਂਕਿ ਉਹ ਪਰਿਵਾਰ ਜਿਹੜਾ ਸੀ ਚਾਹੇ ਕਿਸਾਨ ਪਰਿਵਾਰ ਸੀ, ਲੇਕਿਨ ਜਿਸ ਜਗ੍ਹਾ 'ਤੇ ਉਹ ਰਹਿੰਦੇ ਸਨ ਉੱਥੇ ਅਕਸਰ ਹੀ ਉਹਨਾਂ ਦਾ ਸਾਹਮਣਾ ਜੰਗਲੀ ਜਾਨਵਰਾਂ ਨਾਲ ਹੋ ਜਾਂਦਾ ਸੀ। ਅਤੇ ਬਲਦੇਵ ਨੂੰ ਸਭ ਨਾਲੋਂ ਵੱਧ ਵਿਸ਼ਵਾਸ ਆਪਣੀ ਕੁਲਹਾੜੀ 'ਤੇ ਸੀ। ਇਹ ਕੁਲਾੜੀ ਜੱਦੀ ਪੁਸ਼ਤੀ ਕੁਲਾੜੀ ਸੀ, ਜਿਹੜੀ ਕਿ ਉਸਦੇ ਪਿਤਾ ਜੀ ਨੇ ਅੱਗ ਦੇ ਵਿੱਚ ਤਪਾ ਕੇ ਬਣਾਈ ਸੀ ਔਰ ਉਸ ਦੇ ਇੱਕ ਵਾਰ ਦੇ ਨਾਲ ਹੀ ਜੰਗਲੀ ਜਾਨਵਰ ਜਿਹੜਾ ਸੀ ਉਹ ਠੰਡਾ ਪੈ ਜਾਂਦਾ ਸੀ। ਇਸ ਲਈ ਉਹ ਉਸ ਕੁਲਾੜੀ ਨੂੰ ਆਪਣੇ ਨਾਲ ਹੀ ਰੱਖਦਾ ਹੈ ਤੇ ਜਦੋਂ ਵੀ ਜ਼ਰੂਰਤ ਪੈਂਦੀ ਹੈ ਤੇ ਜੰਗਲੀ ਜਾਨਵਰਾਂ 'ਤੇ ਉਹ ਜਿੱਤ ਹੀ ਪ੍ਰਾਪਤ ਕਰਦਾ ਹੈ। ਲੇਕਿਨ ਉਸ ਰਾਤ ਕੀ ਹੋਇਆ ਬੱਚਿਓ, ਉਸਨੇ ਮਹਿਸੂਸ ਕੀਤਾ ਕਿ ਜਿਹੜੇ ਸਰਕੰਡੇ ਬੱਚਿਓ ਉੱਚੇ ਉੱਚੇ ਜਿਹੜੇ ਨੇ ਕੰਨ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ, ਉਹ ਹੁੰਦੇ ਨੇ ਸਰਕੰਡਿਆਂ ਦੇ ਵਿੱਚੋਂ ਦੀ ਉਸਨੂੰ ਸਰਸਰਾਹਟ ਦੀ ਆਵਾਜ਼ ਆਈ। ਇੱਕ ਦੋ ਪੱਥਰ ਡਿੱਗਣ ਦੀ ਆਵਾਜ਼ ਆਈ। ਉਸਨੂੰ ਮਹਿਸੂਸ ਹੋਇਆ ਕਿ ਇਸ ਜਗ੍ਹਾ 'ਤੇ ਕੋਈ ਜੰਗਲੀ ਜਾਨਵਰ ਹੈ। ਪਿਆਰੇ ਬੱਚਿਓ, ਜੰਗਲੀ ਜਾਨਵਰਾਂ ਦੇ ਤੋਰੇ ਫੇਰੇ ਤੋਂ, ਉਹਨਾਂ ਦੀ ਹਰਕਤ ਤੋਂ ਬਖੂਬੀ ਵਾਕਫ ਸੀ ਤੇ ਉਸਨੇ ਜਦੋਂ ਦੇਖਿਆ, ਅਚਾਨਕ ਉਸਨੇ ਦੇਖਿਆ ਕਿ ਉਸਦੇ ਕੋਲ ਜਿਹੜਾ ਹੈ ਸਾਹਮਣੇ ਇੱਕ ਟਾਈਗਰ, ਜਿਸ ਨੂੰ ਅਸੀਂ ਬਾਘ ਕਹਿੰਦੇ ਹਾਂ, ਉਹ ਖੜਾ ਸੀ। ਉਸਨੇ ਆਪਣੀ ਜਿਹੜੀ ਹੈ ਕੁਲਹਾੜੀ ਨੂੰ ਤਾਣ ਲਿਆ। ਟਾਈਗਰ ਨੇ ਉਸ 'ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਠੀਕ ਹੈ। ਤੇ ਜਦੋਂ ਟਾਈਗਰ ਨੇ ਉਸ 'ਤੇ ਵਾਰ ਕੀਤੀ ਤਾਂ ਬਲਦੇਵ ਟਾਈਗਰ ਨਾਲੋਂ ਵੀ, ਬਾਘ ਨਾਲੋਂ ਵੀ ਤੇਜ਼ ਸੀ। ਉਹ ਉਸਦੇ ਵਾਰ ਨੂੰ ਜਿਹੜਾ ਹੈ ਉਸਨੇ ਨਿਸ਼ਫਲ ਕਰ ਦਿੱਤਾ। ਉਹ ਇੱਕ ਪਾਸੇ ਹੋ ਗਿਆ ਤੇ ਉਸਨੇ ਬਹੁਤ ਜ਼ੋਰ ਦੀ ਜਿਹੜਾ ਹੈ ਆਪਣੀ ਕੁਲਹਾੜੀ ਦਾ ਵਾਰ ਟਾਈਗਰ 'ਤੇ ਕੀਤਾ। ਟਾਈਗਰ ਦੇ ਸੱਜੇ ਜਿਹੜੇ ਸੀਗੇ ਮੋਢਾ, ਉਹ ਬਹੁਤ ਬੁਰੇ ਤਰੀਕੇ ਨਾਲ ਉਸਨੇ ਜ਼ਖਮੀ ਕਰ ਦਿੱਤਾ। ਟਾਈਗਰ ਬਹੁਤ ਗੁੱਸੇ ਦੇ ਨਾਲ ਗੁर्राया। ਉਸਨੇ ਦੂਸਰੀ ਵਾਰ ਫਿਰ ਬਲਦੇਵ 'ਤੇ ਅਟੈਕ ਕੀਤਾ, ਵਾਰ ਕੀਤਾ। ਇਸ ਵਾਰ ਬਲਦੇਵ ਨੇ ਉਸ ਦੇ ਖੱਬੇ ਪਾਸੇ ਇੰਨੀ ਜ਼ੋਰ ਦੀ ਪ੍ਰਹਾਰ ਕੀਤਾ ਕਿ ਉਸ ਦੇ ਜਿਹੜੀਆਂ ਅਗਲੀਆਂ ਟੰਗ ਜਿਹੜੀ ਸੀਗੀ ਉਹ ਤਕਰੀਬਨ ਟਾਈਗਰ ਦੀ ਜਿਹੜੀ ਹੈ ਜ਼ਖਮੀ ਹੋ ਗਈ ਔਰ ਤਕਰੀਬਨ ਉਸ ਦੀ ਟੰਗ ਜਿਹੜੀ ਹੈ ਕੱਟੀ ਗਈ। ਤੇ ਉਹ ਲੱਤ ਕੱਟਣ ਤੋਂ ਬਾਅਦ ਉਸ ਦੀ ਕੁਲਹਾੜੀ ਉਸ ਦੇ ਜਿਹੜਾ ਹੈ ਸੀਨੇ 'ਤੇ ਜਾ ਕੇ ਵੱਜੀ ਤੇ ਉਸਨੇ ਉੱਥੇ ਦੀ ਹੱਡੀ ਦੇ ਵਿੱਚ ਕੁਲਹਾੜੀ ਜਾ ਕੇ ਫਸ ਗਈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਉਹ ਬਲਦੇਵ ਦੇ ਵਾਰ ਦੇ ਵਿੱਚ ਕਿੰਨੀ ਤਾਕਤ ਹੋਏਗੀ ਕਿ ਬਾਘ ਬੱਚਿਓ ਬਹੁਤ ਹੀ ਖਤਰਨਾਕ, ਬਹੁਤ ਫੁਰਤੀਲਾ ਜਾਨਵਰ ਹੁੰਦਾ। ਦੁਨੀਆ 'ਚ ਉਸ ਨਾਲੋਂ ਜ਼ਿਆਦਾ ਫੁਰਤੀਲਾ, ਉਸ ਨਾਲੋਂ ਜ਼ਿਆਦਾ ਚੁਸਤ ਚਲਾਕ, ਔਰ ਜਦੋਂ ਉਹ ਵਾਰ ਕਰਦਾ ਆਪਣੇ ਸ਼ਿਕਾਰ 'ਤੇ ਉਹ ਬਹੁਤ ਹੀ ਕੈਲਕੂਲੇਟਿਵ ਹੁੰਦਾ ਕਿ ਇੰਨੀ ਦੂਰੀ 'ਤੇ ਮੇਰਾ ਸ਼ਿਕਾਰ ਹੈ ਅਤੇ ਮੈਂ ਇਸ ਤਰੀਕੇ ਨਾਲ ਇਸ ਨੂੰ ਦਬੋਚ ਲੈਣਾ ਜ਼ਰੂਰ। ਉਸ ਖੁੰਖਾਰ ਆਦਮਖੋਰ ਟਾਈਗਰ 'ਤੇ ਬਲਦੇਵ ਨੇ 2 ਵਾਰ ਕੀਤੇ ਔਰ ਦੋਨੋਂ ਹੀ ਸਫਲ ਰਹੇ।
ਪਹਿਲੇ ਉਸਨੇ ਸੱਜੇ ਪਾਸੇ ਜਿਹੜਾ ਸੀ ਉਸ ਦੇ ਸੀਨੇ ਨੂੰ ਜ਼ਖਮੀ ਕਰ ਦਿੱਤਾ। ਦੂਸਰੀ ਵਾਰ ਉਸਨੇ ਉਸ ਦੀ ਟੰਗ ਨੂੰ ਕੱਟ ਦਿੱਤਾ ਅਤੇ ਉਸ ਦੀ ਜਿਹੜੀ ਕੁਲਹਾੜੀ ਸੀਗੀ ਉਹ ਕਿੱਥੇ, ਉਸ ਦੇ ਛਾਤੀ 'ਤੇ ਫਰੰਟ 'ਤੇ ਉਸ ਦੀ ਹੱਡੀ ਨੂੰ ਤੋੜਦੀ ਹੋਈ ਹੱਡੀ ਦੇ ਵਿੱਚ ਖੁੱਭ ਗਈ। ਟਾਈਗਰ ਦਰਦ ਦੇ ਨਾਲ ਚਿল্ਲਾਇਆ ਅਤੇ ਕੁਛ ਦੂਰੀ ਤੱਕ ਭੱਜ ਗਿਆ। ਉਹ ਹੁਣ ਕੁਲਹਾੜੀ ਜਿਹੜੀ ਸੀਗੀ ਟਾਈਗਰ ਦੇ ਹੱਡੀ ਦੇ ਵਿੱਚ ਫਸੀ ਹੋਈ ਸੀ। ਉਹ ਬਲਦੇਓ ਜਿਹੜਾ ਸੀ ਆਪਣੇ ਹਥਿਆਰ ਤੋਂ ਵਾਂਝਾ ਹੋ ਗਿਆ। ਹੁਣ ਉਹ ਨਿਹੱਥਾ ਹੋ ਗਿਆ। ਟਾਈਗਰ ਨੇ ਬਲਦੇਓ 'ਤੇ ਹਮਲਾ ਕੀਤਾ ਅਤੇ 2 ਮਿੰਟ ਦੇ ਵਿੱਚ ਹੀ ਉਸਨੇ ਬਲਦੇਓ ਦਾ ਕੰਮ ਤਮਾਮ ਕਰ ਦਿੱਤਾ। ਗੱਡੀ ਆਈ ਬੱਚਿਓ ਅਤੇ ਉਸ ਦਿਨ ਰੇਲ ਗੱਡੀ ਕੁਛ ਲੇਟ ਸੀ। ਜਦੋਂ ਰੇਲ ਗੱਡੀ ਆਈ, ਟਾਈਗਰ ਜਿਹੜਾ ਸੀਗਾ ਉਹ ਇੰਨਾ ਜ਼ਖਮੀ ਸੀ ਕਿ ਚੰਗੇ ਤਰੀਕੇ ਦੇ ਨਾਲ ਚੱਲ ਫਿਰ ਨਹੀਂ ਸਕਦਾ ਸੀ। ਟਾਈਗਰ ਨੇ ਗੱਡੀ ਦੇ ਆਉਣ ਦੀ ਕੰਪਨ ਨੂੰ ਮਹਿਸੂਸ ਕੀਤਾ, ਲੇਕਿਨ ਉਸ 'ਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਦੌੜ ਜਾਏ। ਉਹ ਗੱਡੀ ਦੇ ਟਰੈਕਸ ਦੇ ਵਿੱਚ ਹੀ ਹੌਲੀ ਹੌਲੀ ਰੈਂਗਦਾ ਹੋਇਆ ਅੱਗੇ ਲੰਘਣ ਲੱਗਾ ਅਤੇ ਜਦੋਂ ਗੱਡੀ ਆਈ ਉਸਨੇ ਟਾਈਗਰ ਦੇ ਚਿਥੜੇ ਉਡਾ ਦਿੱਤੇ। ਉਸਨੂੰ 2 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੱਤਾ, ਵੰਡ ਦਿੱਤਾ, 2 ਟੁਕੜਿਆਂ 'ਚ ਵੰਡ ਦਿੱਤਾ ਅਤੇ ਇੱਕ ਟੁਕੜਾ ਜਿਹੜਾ ਹੈ ਗੱਡੀ ਦੇ ਅਗਲਾ ਫਰੰਟ ਜਿਹੜਾ ਹੈ ਉਸ 'ਤੇ ਜਿਹੜਾ ਹੈ ਦੇ ਨਾਲ ਹੀ ਬੱਤੀਆਂ ਦੇ ਨਾਲ ਜਿਹੜੀ ਜਗ੍ਹਾ ਹੁੰਦੀ ਆ ਉਸ ਦੇ ਨਾਲ ਉਹ ਚੰਬੜ ਗਿਆ। ਜਦੋਂ ਡਰਾਈਵਰ ਅਗਲੇ ਸਟੇਸ਼ਨ 'ਤੇ ਉਤਰਿਆ ਤਾਂ ਉਸਨੇ ਦੇਖਿਆ ਕਿ ਉਸ ਦੀ ਗੱਡੀ ਦੇ ਨਾਲ ਇੱਕ ਜਾਨਵਰ ਦੇ ਜਿਹੜਾ ਹੈ ਮਾਸ ਦਾ ਟੁਕੜਾ ਜਿਹੜਾ ਹੈ ਲੱਗਿਆ ਹੋਇਆ ਹੈ। ਜਦੋਂ ਬਾਅਦ ਦੇ ਵਿੱਚ ਤੈਂਬੂ ਨੂੰ ਪਤਾ ਲੱਗਿਆ ਰਾਤ ਨੂੰ, ਉਹ ਆਪਣੇ ਪਿਤਾ ਜੀ ਨੂੰ ਲੱਭਦਾ ਹੋਇਆ ਉਸ ਜਗ੍ਹਾ 'ਤੇ ਪਹੁੰਚਿਆ ਜਿੱਥੇ ਕਿ ਉਸ ਦੀ ਮੌਤ ਹੋਈ ਹੋਈ ਸੀ। ਤੈਂਬੂ ਸਾਰੀ ਰਾਤ ਆਪਣੇ ਪਿਤਾ ਜੀ ਦੀ ਲਾਸ਼ 'ਤੇ ਪਹਿਰਾ ਦਿੰਦਾ ਰਿਹਾ। ਉਹ ਇਕੱਲਾ ਸੀ, ਹਨੇਰਾ ਸੀ, ਜੰਗਲ ਸੀ, ਪਰ ਇਹ ਛੋਟਾ ਜਿਹਾ 12 ਸਾਲ ਦਾ ਬੱਚਾ ਆਪਣੇ ਪਿਤਾ ਜੀ ਦੀ ਲਾਸ਼ 'ਤੇ ਪਹਿਰਾ ਦਿੰਦਾ ਰਿਹਾ ਤਾਂ ਕਿ ਕੋਈ ਜੰਗਲੀ ਜਾਨਵਰ ਆ ਕੇ ਉਸ ਦੇ ਸ਼ਵ ਨੂੰ, ਉਸ ਦੇ ਲਾਸ਼ ਨੂੰ, ਬਲਦੇਓ ਦੀ ਲਾਸ਼ ਨੂੰ ਖਰਾਬ ਨਾ ਕਰ ਦੇ, ਖਾ ਨਾ ਜਾਏ। ਸੋ ਬੱਚਿਓ, ਦਿਨ ਹੋਇਆ, ਉਸ ਦੇ ਸ਼ਵ ਨੂੰ ਲੈ ਕੇ ਘਰ ਗਏ। ਘਰ ਦੇ ਵਿੱਚ ਮਾਤਮ ਛਾ ਗਿਆ ਅਤੇ ਉਸ ਦੇ ਪਤਨੀ, ਉਸ ਦੀ ਬੇਟੀ ਬਲਦੇਓ ਦੀ ਗਹਿਰੇ ਸਦਮੇ ਦੇ ਵਿੱਚ ਡੁੱਬ ਗਏ। ਲੇਕਿਨ ਬੱਚਿਓ, ਕੁਛ ਹੀ ਦਿਨ ਤੋਂ ਬਾਅਦ ਬਲਦੇਓ ਦਾ ਬੇਟਾ ਤੈਂਬੂ, ਜੋ ਸਿਰਫ 12 ਸਾਲ ਦਾ ਸੀ, ਆਪਣੇ ਪਿਤਾ ਜੀ ਦੀ ਜਗ੍ਹਾ 'ਤੇ ਰਾਤ ਨੂੰ ਪਹਿਰਾ ਦੇ ਰਿਹਾ ਸੀ। ਉਹ ਉਸ ਦੇ ਕੋਲ ਜਿਹੜੇ ਸੀ ਆਪਣੇ ਹੀ ਪਿਤਾ ਦੀ ਜਿਹੜੀ ਸੀ ਕੁਲਹਾੜੀ ਸੀ ਅਤੇ ਆਪਣੇ ਹੀ ਪਿਤਾ ਦਾ ਦਿੱਤਾ ਹੋਇਆ ਹੌਸਲਾ, ਹਿੰਮਤ ਅਤੇ ਜਜ਼ਬਾ ਸੀ। ਉਹ 12 ਸਾਲ ਦਾ ਬੱਚਾ ਅੱਜ ਡਿਊਟੀ ਨਿਭਾ ਰਿਹਾ ਸੀ। ਸੱਚ ਕਿਹਾ ਜਾਂਦਾ ਹੈ ਕਿ ਅਸੀਂ ਬਹੁਤ ਸਾਰੇ ਗੁਣ ਜਿਹੜੇ ਆ ਆਪਣੇ ਮਾਂ ਪਿਓ ਤੋਂ, ਹਿੰਮਤ, ਹਾਂਜੀ, ਅਤੇ ਬਹਾਦਰੀ ਅਤੇ ਫਰਜ਼ ਨੂੰ ਪਹਿਚਾਨਣ ਦੀ ਜਜ਼ਬਾ ਜਿਹੜਾ ਹੈ ਮਾਂ ਪਿਓ ਤੋਂ ਹੀ ਲੈਂਦੇ ਹਾਂ ਅਤੇ ਬਹੁਤ ਸਾਰੇ ਗੁਣ ਸਾਡੇ ਜਿਹੜੇ ਨੇ ਪੈਤਰਕ ਹੁੰਦੇ ਨੇ। ਪਿਆਰੇ ਬੱਚਿਓ, ਇਹ ਕਹਾਣੀ ਦੁਖਾਂਤ ਕਹਾਣੀ ਹੈ, ਸਾਨੂੰ ਦੁੱਖ ਦੇ ਵਿੱਚ ਡੋਬ ਦਿੰਦੀ ਹੈ। ਬਲਦੇਓ ਦੀ ਮੌਤ ਜਿੰਨਾ ਹੀ ਗਹਿਰਾ ਦੁੱਖ ਸਾਨੂੰ ਉਦੋਂ ਲੱਗਦਾ ਹੈ ਜਦੋਂ ਅਸੀਂ 12 ਸਾਲ ਦੇ ਇੱਕ ਛੋਟੇ ਜਿਹੇ ਬੱਚੇ ਨੂੰ, ਜਿਸ ਦੇ ਹੱਥ ਦੇ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ, ਜਿਸ ਦੇ ਪੈਰ ਸਕੂਲ ਅਤੇ ਵੱਲ ਨੂੰ ਵਧਣੇ ਚਾਹੀਦੇ ਨੇ, ਉਹ ਰਾਤ ਨੂੰ ਇੱਕ ਬਿਆਬਾਨ ਜੰਗਲ ਦੇ ਵਿੱਚ ਪਹਿਰਾ ਦੇ ਰਿਹਾ ਹੈ।
ਪਿਆਰੇ ਬੱਚਿਓ, ਤੈਂਬੂ ਜਿਹੜਾ ਹੈ ਉਹ ਪ੍ਰਤੀਨਿਧਤਵ ਕਰ ਰਿਹਾ ਹੈ ਉਹਨਾਂ ਛੋਟੇ ਛੋਟੇ ਬਾਲ ਜਿਹੜੇ ਬੱਚਿਆਂ ਦਾ, ਜਿਨ੍ਹਾਂ ਨੂੰ ਕਿ ਪੇਟ ਦੀ ਅੱਗ ਬੁਝਾਉਣ ਲਈ ਜਿਹੜਾ ਹੈ ਬਹੁਤ ਸਖਤ ਮੁਸ਼ੱਕਤ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਥੈਂਕ ਯੂ ਵੈਰੀ ਮਚ, so nice of you. If you have not subscribed my channel, do subscribe it for explanation, for educational videos and your syllabus. Thank you very much, so nice of you.